ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਯੂਥ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਨਿਰਭੈ ਮਿਲਟੀ ਅਤੇ ਮੀਤ ਪ੍ਰਧਾਨ ਜੋਲੀ ਜਲਾਲਪੁਰ ਦੀ ਅਗਵਾਈ ਹੇਠ ਰਾਜਪੁਰਾ ਵਿਖੇ ਇੱਕ ਸਮਾਗਮ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਦੀ ਗੂੰਗੀ ਬੋਲੀ ਸਰਕਾਰ ਨੂੰ ਜਗਾਉਣ ਵਾਸਤੇ ਅੱਜ ਕਿਸਾਨਾਂ ਦੇ ਹੱਕ ਵਿੱਚ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਦਿੱਲੀ ਮੋਰਚੇ ਵਿੱਚ ਲਗਾਤਾਰ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ, ਪਰ ਕੇਂਦਰ ਦੀ ਸਰਕਾਰ ਆਪਣੀ ਜਿੱਦ ਤੇ ਅੜੀ ਹੋਈ ਹੈ। ਰਾਜਪੁਰਾ ਤੋਂ ਦਇਆ ਸਿੰਘ ਦੀ ਰਿਪੋਰਟ, ਪੰਜਾਬ ਅਬ ਤੱਕ। ਜਿਹੜਾ ਅੱਜ ਦਾ ਅਸੀਂ ਪ੍ਰੋਗਰਾਮ ਇੱਥੇ ਸਾਡੀ ਯੂਥ ਕਾਂਗਰਸ ਨੇ ਉਲੀਕਿਆ ਹੈਗਾ, ਜੋ ਅੱਜ ਸ਼ਹੀਦਾਂ ਨੂੰ ਅਸੀਂ ਅੱਜ ਸ਼ਰਧਾਂਜਲੀ ਦੇ ਰਹੇ ਹਾਂ। ਜਿਹੜੇ ਸ਼ਹੀਦ ਅੱਜ ਆਪਣੀਆਂ ਜਾਨਾਂ ਗਵਾ ਰਹੇ ਨੇ, ਉੱਥੇ ਬੈਠੇ ਟਿੱਕਰੀ ਬਾਰਡਰ ਤੇ ਅਲੱਗ-ਅਲੱਗ ਦਿੱਲੀ ਦੇ ਬਾਰਡਰਾਂ ਤੇ ਇਹ ਗੂੰਗੀ ਬੋਲੀ ਸਰਕਾਰ ਨੂੰ ਜੋ ਕੁਝ ਨਹੀਂ ਸੁਣਨਾ ਚਾਹੁੰਦੀ, ਹਰ ਇੱਕ ਜਿਹੜੀ ਮੀਟਿੰਗ ਹੁੰਦੀ ਆ ਉਹ ਬੇਸਿੱਟਾ ਜਾਂਦੀ ਹੈ। ਇਹ ਆਪਣੇ ਇੱਕ ਜਿਹੜਾ ਆਉਂਦੇ ਨੇ ਉਹਨੂੰ ਅਹੰਕਾਰ ਨੂੰ, ਸਿਰਫ ਉਹਨੂੰ ਅਹੰਕਾਰ ਦੀ ਪੂਰਤੀ ਵਾਸਤੇ ਵੀ ਸਾਡੇ ਅਹੰਕਾਰ ਨੂੰ ਸੱਟ ਨਾ ਵੱਜੇ। ਇਹ ਬਹੁਤ ਸਾਰੇ ਸਾਡੇ ਬਜ਼ੁਰਗ, ਸਾਡੇ ਨੌਜਵਾਨ ਜੋ ਜਾਨਾਂ ਗਵਾ ਰਹੇ ਆ, ਇਹ ਉਹਨਾਂ ਨੂੰ ਜਗਾਉਣ ਵਾਸਤੇ ਅਸੀਂ ਅੱਜ ਇਹ ਇੱਕ ਪ੍ਰੋਗਰਾਮ ਰੱਖਿਆ ਵੀ ਸਾਡੀਆਂ ਕਈ ਜਾਨਾਂ ਨੇ, 40 ਤੋਂ ਪਲੱਸ ਜਾਨਾਂ ਹੋ ਚੁੱਕੀਆਂ ਨੇ ਜਿਹੜੀਆਂ ਇਸ ਸੰਘਰਸ਼ ਦੇ ਵਿੱਚ ਜਾ ਚੁੱਕੀਆਂ ਨੇ। ਉਹ ਸ਼ਹੀਦ ਹੋਏ ਨੇ, ਉਹ ਕਾਹਦੇ ਪਿੱਛੇ ਹੋਏ ਨੇ? ਉਹ ਸਿਰਫ ਆਪਣੇ ਹੱਕ ਮੰਗਣ ਪਿੱਛੇ ਹੋਏ ਨੇ। ਸੋ ਇਹ ਜੋ ਅੱਜ ਅਸੀਂ ਪ੍ਰੋਗਰਾਮ ਰੱਖਿਆ ਹੈ, ਗੂੰਗੀ ਬੋਲੀ ਸਰਕਾਰ ਦੀਆਂ ਅੱਖਾਂ ਤੇ ਕੰਨ ਜਿਹੜੇ ਆ ਖੋਲ੍ਹ ਲੈਣ, ਤੇ ਸਾਡੇ ਜਿਹੜੇ ਬਜ਼ੁਰਗ, ਸਾਡੇ ਬੱਚੇ ਜਿਹੜੇ ਉੱਥੇ ਬੈਠੇ ਆ, ਸਾਰੇ ਪੰਜਾਬ ਦੇ ਜਿਹੜੇ ਨੌਜਵਾਨ ਉੱਥੇ ਬੈਠੇ ਆ, ਉਹਨਾਂ ਦੀ ਗੱਲ ਸੁਣ ਕੇ ਇਹ ਜਿਹੜੇ ਕਾਲੇ 3 ਕਾਨੂੰਨ ਲੈ ਕੇ ਆਏ ਆ ਉਹਨਾਂ ਨੂੰ ਰਿਵੀਲ ਕਰਨ, ਤੇ ਤਾਂ ਕਿ ਸਾਡੇ ਜਿਹੜੇ ਉੱਥੇ ਨੌਜਵਾਨ ਬੈਠੇ ਆ ਔਰ ਇਹ ਬਜ਼ੁਰਗ ਬੈਠੇ ਆ, ਉਹ ਆਪਣੀ ਜਾਨਾਂ ਨਾ ਗਵਾ ਕੇ ਜਲਦ ਤੋਂ ਜਲਦ ਆਪਣੇ ਘਰ ਵਾਪਸ ਆ ਸਕਣ। ਦੇਖੋ, ਜੋ ਸਾਨੂੰ ਅਸੀਂ ਜਿਹੜਾ ਕਿਸਾਨਾਂ ਦੇ ਨਾਲ ਰਹਿ ਕੇ ਇਹ ਜਿਹੜੀ ਲੜਾਈ ਹੈ, ਇਹ ਕਿਸਾਨ ਜਥੇਬੰਦੀਆਂ ਅੱਜ ਦੀ ਤਰੀਕ 'ਚ ਸਾਰਿਆਂ ਦੇ ਮੋਹਰੀ ਲੱਗੇ ਆ। ਸੋ ਜੋ ਸਾਨੂੰ ਅਗਰ ਕਿਸਾਨ ਜਥੇਬੰਦੀਆਂ ਨੂੰ ਜ਼ਰੂਰਤ ਸਮਝਣਗੀਆਂ, ਸਾਡੀ ਡਿਊਟੀ ਲੱਗੇਗੀ ਦਿੱਲੀ। ਅਸੀਂ ਐਜ਼ ਅ ਕਿਸਾਨ ਦਿੱਲੀ ਜਾਵਾਂਗੇ, ਅਸੀਂ ਐਜ਼ ਅ ਕਿਸਾਨ ਜਾ ਕੇ ਉਸ ਮੋਰਚੇ 'ਚ ਵੀ ਬੈਠਾਂਗੇ, ਭੀੜ ਬਣ ਕੇ ਬੈਠਾਂਗੇ, ਉਸ ਮੋਰਚੇ 'ਚ ਵੀ ਜਾਵਾਂਗੇ, ਦਿੱਲੀ ਵੀ ਜਾਵਾਂਗੇ, ਜਿੱਥੇ ਤੱਕ ਸਾਨੂੰ ਉਹ ਦਰਵਾਜ਼ਾ ਖੜਕਾਉਣਾ ਪਿਆ ਅਸੀਂ ਖੜਕਾਵਾਂਗੇ। ਅੱਜ ਡਿਸਟ੍ਰਿਕਟ ਯੂਥ ਕਾਂਗਰਸ ਪਟਿਆਲਾ ਦਿਹਾਤੀ ਸਾਡੇ ਨਾਲ ਪੰਜਾਬ ਯੂਥ ਕਾਂਗਰਸ ਤੇ ਇੰਡੀਅਨ ਯੂਥ ਕਾਂਗਰਸ, ਮਾਨਯੋਗ ਸ਼੍ਰੀਨਿਵਾਸ ਜੀ, ਬੀਵੀ ਸ਼੍ਰੀਨਿਵਾਸ ਜੀ, ਰਾਹੁਲ ਗਾਂਧੀ ਜੀ, ਪ੍ਰਿਯੰਕਾ ਗਾਂਧੀ ਜੀ ਔਰ ਮੈਡਮ ਸੋਨੀਆ ਗਾਂਧੀ ਜੀ ਦੀ ਅਗਵਾਈ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਜੋ ਸਾਡੇ ਕਿਸਾਨ ਭਰਾ, ਕਿਸਾਨ ਜੋ ਘੋਲ ਚੱਲ ਰਿਹਾ ਹੈ ਦਿੱਲੀ ਦੇ ਬਾਰਡਰਾਂ ਦੇ ਉੱਤੇ, ਉਹਦੇ ਵਿੱਚ ਸ਼ਾਮਲ ਹੋ ਰਹੇ ਆ। ਲੰਬੇ ਸਮੇਂ ਤੋਂ ਇਹ ਸੰਘਰਸ਼ ਕਰ ਰਹੇ ਆ ਔਰ ਵਿਛੋੜਾ ਦੇ ਚੁੱਕੇ ਆ। ਤੁਸੀਂ ਪ੍ਰੈਸ ਵਾਲੇ ਸਾਥੀ ਸਾਰੇ ਜਾਣਦੇ ਆ, ਸਮੁੱਚਾ ਦੇਸ਼ ਤੇ ਦੁਨੀਆ ਜਾਣਦੀ ਹੈ। ਔਰ ਡੇਲੀ ਔਨ ਬੇਸਿਸ 2 ਤੋਂ ਲੈ ਕੇ 3 ਜਿਹੜੇ ਸਾਥੀ ਹੈਗੇ ਆ ਕਿਸਾਨ ਸਾਡੇ ਜਿਹੜੇ ਬਾਰਡਰਾਂ ਤੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਸੰਘਰਸ਼ ਕਰ ਰਹੇ ਆ, ਉਹ ਆਪਣੀਆਂ ਜਾਨਾਂ ਗਵਾ ਰਹੇ ਨੇ। ਔਰ ਗੂੰਗੀ ਬੋਲੀ ਸਰਕਾਰ ਜੋ ਦੇਸ਼ ਦੀ ਹੈ, ਉਹ ਕੋਈ ਸੁਣਵਾਈ ਨਹੀਂ ਕਰ ਰਹੀ। ਅੱਜ ਅਸੀਂ ਸਾਰੇ ਇਕੱਠੇ ਹੋ ਕੇ ਇੱਥੇ ਸ਼ਰਧਾਂਜਲੀ ਦੇਣ ਆਏ ਆ। ਔਰ ਮੈਂ ਤਾਂ ਬੇਨਤੀ ਕਰਾਂਗਾ ਕੇਂਦਰ ਸਰਕਾਰ ਨੂੰ ਵੀ ਬਹੁਤ ਜਾਨਾਂ, ਦਰਜਨਾਂ ਕਿਸਾਨ ਜੋ ਸਾਡੇ ਹੈਗੇ ਆ ਉਹ ਚਲੇ ਗਏ ਆ। ਕਿਤਨਾ ਕੁ ਲਹੂ, ਕਿਤਨਾ ਕੁ ਤੁਸੀਂ ਜਾਨਾਂ ਹੋਰ ਮੰਗਦੇ ਆ, ਕਿਤਨੀ ਕੁ ਕੁਰਬਾਨੀ ਸਾਨੂੰ ਜਾਂ ਤਾਂ ਦੱਸ ਦਿਓ ਕਿ ਤੁਸੀਂ ਜੋ ਮੰਗਦੇ ਹੋ ਕਾਲੇ ਕਾਨੂੰਨਾਂ ਨੂੰ ਖਾਰਜ ਕਰਾਉਣ ਵਾਸਤੇ। ਲੇਕਿਨ ਅਡੋਲ ਨੇ ਕਿਸਾਨ, ਅਸੀਂ ਸਾਰੇ ਅਡੋਲ ਹਾਂ। ਆਖੀਰਲੇ ਸਾਹਾਂ ਤੱਕ ਹਿੰਦੁਸਤਾਨ ਦਾ ਕੱਲਾ ਕਿਸਾਨ, ਕੱਲਾ ਬੱਚਾ, ਔਰੰਗਜ਼ੇਬੀ ਨੁਮਾ ਜੋ ਹੁਕਮਰਾਨ ਹਨ, ਜੋ ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ, ਉਹਨਾਂ ਨੂੰ ਜਦੋਂ ਤੱਕ ਉਹ ਕਾਲੇ ਕਾਨੂੰਨ ਜਿਹੜੇ ਕਿਸਾਨਾਂ ਦੇ ਖਿਲਾਫ ਜੋ ਲੈ ਕੇ ਆਏ ਆ, ਕਿਸਾਨੀ ਦੇ ਖਿਲਾਫ ਲੈ ਕੇ ਆਏ ਆ, ਉਹ ਖਾਰਜ ਨਹੀਂ ਕਰਦੇ, ਅਸੀਂ ਸੰਘਰਸ਼ ਤੋਂ ਪਿੱਛੇ ਨਹੀਂ ਹਟਾਂਗੇ। ਲੇਕਿਨ ਬੜਾ ਮੰਦਭਾਗਾ, ਅੱਜ 8 ਜਨਵਰੀ ਹੈ, ਅੱਜ ਵੀ ਮੀਟਿੰਗ ਸੀ ਕਿਸਾਨ ਜਥੇਬੰਦੀਆਂ ਦੇ ਨਾਲ। ਔਰ ਥੋੜ੍ਹਾ ਚਿਰ ਪਹਿਲਾਂ ਮੈਂ ਦੇਖ ਰਿਹਾ ਸੀਗਾ ਟੈਲੀਵਿਜ਼ਨ ਰਾਹੀਂ ਸਾਨੂੰ ਜੋ ਇਨਫੋਰਮੇਸ਼ਨ ਮਿਲੀ ਵੀ ਕਿਸੇ ਸਿੱਟੇ ਦੇ ਉੱਤੇ ਜੋ ਕੇਂਦਰ ਦੀ ਸਰਕਾਰ ਹੈ ਉਹ ਨਹੀਂ ਆਉਣਾ ਚਾਹ ਰਹੀ ਤੇ ਕਾਲੇ ਕਾਨੂੰਨ ਜਿਹੜੇ ਹੈਗੇ ਆ ਵਾਪਸ ਨਹੀਂ ਉਹ ਕਰ ਰਹੇ। ਮੈਂ ਤਾਂ ਬੇਨਤੀ ਕਰਦਾ, ਬਹੁਤ ਜਾਨਾਂ ਚਲੀਆਂ ਗਈਆਂ ਨੇ, ਤਰਸ ਕਰੋ ਸਾਹਿਬ। ਅਸੀਂ ਪ੍ਰੋਗਰਾਮ ਬਣਾਇਆ ਯੂਥ ਕਾਂਗਰਸ ਦੇ, ਮੈਂ ਸਾਥੀਆਂ ਨੂੰ ਕਿਹਾ, ਮੈਂ ਕਿਹਾ ਕੁਝ ਕੁ ਫੋਟੋਜ਼ ਇੰਟਰਨੈਟ ਦੇ ਰਾਹੀਂ ਮੈਨੂੰ ਅਵੇਲੇਬਲ ਹੋਈਆਂ ਨੇ, ਤੁਸੀਂ ਕਾਈਂਡਲੀ ਇੱਕ ਫਲੈਕਸ ਬਣਾਓ
ਤੇ ਫਲੈਕਸ ਬਣਾ ਕੇ ਆਪਾਂ ਪ੍ਰੋਗਰਾਮ ਬਣਾਉਣਾ ਹੈ ਅੱਜ ਉਹਨਾਂ ਮਹਾਨ ਆਤਮਾਵਾਂ ਨੂੰ ਜੋ ਕਿਸਾਨੀ ਘੋਲ ਦੇ ਵਿੱਚ ਸੰਘਰਸ਼ ਕਰਦੇ ਹੋਏ ਕੇਂਦਰ ਸਰਕਾਰ ਦੇ ਮੋਦੀ ਸਰਕਾਰ ਦੇ ਖਿਲਾਫ ਆਪਣੀਆਂ ਜਾਨਾਂ ਗਵਾ ਬੈਠੇ ਆ। ਪ੍ਰਮਾਤਮਾ ਦੇ ਚਰਨਾਂ 'ਚ ਚਲੇ ਗਏ ਆ। ਸ਼ਰਧਾਂਜਲੀ ਅਰਪਿਤ ਕਰੀਏ ਉਹਨਾਂ ਨੂੰ ਔਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰੀਏ ਵੀ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦਿਓ। ਜਦੋਂ ਮੈਂ ਇਹ ਗੱਲ ਕੀਤੀ ਆਪਣੇ ਸਾਥੀਆਂ ਨਾਲ, ਕਹਿੰਦੇ ਜੀ ਫਲੈਕਸ ਵਾਲੇ ਕੋਲੋਂ ਗਏ, ਕਹਿੰਦੇ ਫਲੈਕਸ ਦੇ ਉੱਤੇ ਇਤਨੀਆਂ ਕੁ ਜਾਨਾਂ ਗਵਾ ਬੈਠੇ ਆ ਕਿਸਾਨ, ਇੱਕ ਫਲੈਕਸ ਦੇ ਉੱਤੇ ਤਾਂ ਉਹ ਫੋਟੋਆਂ ਉਹਨਾਂ ਦੀਆਂ ਫੋਟੋਆਂ ਨਹੀਂ ਇਕੱਠੀਆਂ ਕਰੀਆਂ ਜਾ ਸਕਦੀਆਂ। ਇਹ ਸੁਣ ਕੇ ਮੇਰਾ ਦਿਲ ਵਲੁੰਦਰਿਆ ਗਿਆ। ਅਸੀਂ ਡੈਮੋਕ੍ਰੈਟਿਕ ਕੰਟਰੀ ਹਾਂ, ਇੰਨਾ ਧੱਕਾ, ਇੰਨਾ ਜ਼ਬਰ, ਇਹ ਕੋਈ ਸ਼ਾਸਨ ਰਾਜਾਸ਼ਾਹੀ ਸ਼ਾਸਨ ਨਹੀਂ ਹੈ। 200 ਸਾਲ ਇਹ ਮੁਲਕ ਆਜ਼ਾਦ ਰਿਹਾ, ਗੋਰਿਆਂ ਦੀ ਗੁਲਾਮੀ ਕੀਤੀ ਇਸ ਮੁਲਕ ਨੇ ਔਰ ਸੈਂਕੜੇ ਜਾਨਾਂ ਗਵਾ ਕੇ ਸਾਡੇ ਪੁਰਖਿਆਂ ਨੇ, ਸਾਡੇ ਬਜ਼ੁਰਗਾਂ ਨੇ ਇਸ ਮੁਲਕ ਨੂੰ ਆਜ਼ਾਦ ਕਰਾਇਆ ਸੀ। ਔਰ ਅੱਜ ਗਲਤ ਤਰੀਕਿਆਂ ਦੇ ਨਾਲ ਗਲਤ ਪ੍ਰੋਪਗੈਂਡਾ ਕਰਕੇ ਹਿੰਦੁਸਤਾਨ ਦੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਇੱਕ ਸਿੰਘਾਸਨ ਦੇ ਉੱਤੇ ਲੋਕਾਂ ਨੂੰ ਡਰਾ ਕੇ ਖੌਫ ਪੈਦਾ ਕਰਕੇ ਹਿੰਦੁਸਤਾਨ ਦੇ ਸਿੰਘਾਸਨ ਦੇ ਉੱਤੇ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਾਬਜ ਹੋਈ। ਔਰ ਉਸ ਤੋਂ ਬਾਅਦ ਅਸੀਂ ਇਹ ਕਹਿ ਸਕਦੇ ਹਾਂ ਕਿ ਗੋਰਿਆਂ ਤੋਂ ਤਾਂ ਸਾਨੂੰ ਇਸ ਦੇਸ਼ ਨੂੰ ਆਜ਼ਾਦੀ ਮਿਲ ਗਈ, ਲੇਕਿਨ ਗੋਰਿਆਂ ਦੇ ਚੇਲੇ ਜਿਹੜੇ ਹੈਗੇ ਆ ਉਹ ਅੱਜ ਸਿੰਘਾਸਨ ਦੇ ਉੱਤੇ ਬੈਠੇ ਆ ਔਰ ਜ਼ਬਰ ਕਰ ਰਹੇ ਆ। ਕੋਈ ਗਰੀਬ ਦੀ ਸੁਣਵਾਈ ਨਹੀਂ, ਕੋਈ ਵਪਾਰੀ ਦੀ ਸੁਣਵਾਈ ਨਹੀਂ। ਕਿਸਾਨ ਸੈਂਕੜੇ ਹੁਣ ਤੱਕ ਦਰਜਨਾਂ ਜਾਨਾਂ ਜਾ ਚੁੱਕੀਆਂ ਨੇ ਸੰਘਰਸ਼ ਦੇ ਵਿੱਚ ਔਰ ਕੋਈ ਹਮਦਰਦੀ ਨਹੀਂ। ਮੈਂ ਤਾਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਇਸ ਦੇਸ਼ ਦੀ ਆਵਾਮ ਨੂੰ, ਤੁਹਾਡੇ ਕੈਮਰਿਆਂ ਦੀ ਨਿਗਾਹ ਰਾਹੀਂ, ਵੀ ਤੁਸੀਂ ਉਸ ਕੇਂਦਰ ਦੀ ਸਰਕਾਰ ਨੂੰ ਸਾਰੇ ਜਣੇ, ਭਾਵੇਂ ਸੋਸ਼ਲ ਮੀਡੀਆ ਰਾਹੀਂ, ਭਾਵੇਂ ਜਿਹੜੇ ਉਹਨਾਂ ਦੇ ਲੋਕਲ ਮੁਹੱਲਿਆਂ ਦੇ ਵਿੱਚ ਕਿਤੇ ਲੀਡਰਸ਼ਿਪ ਬੈਠੀ ਹੈ, ਉਹਨਾਂ ਨੂੰ ਜਾ ਕੇ ਬੇਨਤੀ ਕਰੋ ਕਿ ਤੁਸੀਂ ਆਪਣੇ ਹਾਕਮਾਂ ਨਾਲ ਗੱਲ ਕਰੋ, ਆਪਣੇ ਹਾਈ ਕਮਾਂਡ ਦੇ ਨਾਲ ਗੱਲ ਕਰੋ, ਇੰਨਾ ਧੱਕਾ ਨਾ ਕਰੋ ਤੁਸੀਂ। ਠੀਕ ਆ, ਹਿੰਦੁਸਤਾਨ ਦੇ ਲੋਕਾਂ ਨੇ ਤੁਹਾਨੂੰ ਤਾਕਤ ਦਿੱਤੀ ਹੈ, ਲੇਕਿਨ ਜ਼ਬਰ ਹਿੰਦੁਸਤਾਨ ਬਰਦਾਸ਼ਤ ਨਹੀਂ ਕਰੇਗਾ, ਇਹ ਦੇਸ਼ ਬਰਦਾਸ਼ਤ ਨਹੀਂ ਕਰੇਗਾ। ਇਹ ਮਾਹੌਲ ਤੁਸੀਂ ਆਪ ਖਰਾਬ ਕਰ ਰਹੇ ਆ। ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੋ ਔਰ ਜਿਹੜੇ 3 ਕਿਸਾਨਾਂ ਦੇ ਤੇ ਕਿਸਾਨੀ ਦੇ ਖਿਲਾਫ, ਹਿੰਦੁਸਤਾਨ ਦੇ ਲੋਕਾਂ ਦੇ ਖਿਲਾਫ ਤੁਸੀਂ ਕਾਲੇ ਕਾਨੂੰਨ ਲੈ ਕੇ ਆਏ ਆ, ਉਹਨਾਂ ਨੂੰ ਵਾਪਸ ਕਰੋ। ਤੁਹਾਨੂੰ ਰਿਪੀਲ ਕਰਨੇ ਪੈਣਗੇ, ਵਿਡਰਾਅ ਤੁਹਾਨੂੰ ਕਰਨੇ ਪੈਣਗੇ। ਸਰ, ਇਹ ਅਕਾਲੀ ਦਲ ਦਿੱਲੀ ਦੇ ਅੰਦਰ ਧਰਨਾ ਰੈਲੀ ਕਰਨ ਜਾ ਰਿਹਾ ਹੈ, ਤੁਹਾਡੀ ਪਾਰਟੀ ਵੱਲੋਂ ਕਰੀ ਜਾਏ? ਇਹ ਐਸ ਸੱਚ ਕਾਂਗਰਸ ਦਾ ਹਜੇ ਕੋਈ ਪ੍ਰੋਗਰਾਮ ਨਹੀਂ ਹੈਗਾ। ਕਾਂਗਰਸ ਦੀ ਸਾਰੀ ਲੀਡਰਸ਼ਿਪ ਸਾਨੂੰ ਪ੍ਰੋਗਰਾਮ ਜੋ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਪੰਜਾਬ ਕਾਂਗਰਸ ਦੇ ਸਾਡੇ ਪ੍ਰੈਜ਼ੀਡੈਂਟ ਸਾਹਿਬ ਸੁਨੀਲ ਜਾਖੜ ਜੀ ਨੇ ਜੋ ਦਿੱਤਾ ਹੈ, ਔਰ ਵੈਸੇ ਤਾਂ ਆਪਣੇ ਤੌਰ ਤੇ ਹੀ ਸਾਰੇ ਜੰਤਰ ਮੰਤਰ ਦੇ ਸਾਡੇ ਮੈਂਬਰ ਪਾਰਲੀਮੈਂਟ ਸਭਾਨ, ਉਹਨਾਂ ਦੇ ਨਾਲ ਵਾਰੀ ਬਣੀ ਹੋਈ ਆ, ਵਿਧਾਇਕ ਸਭਾਨ, MLA ਸਭਾਨ, ਉਹ ਸਾਰੇ ਵਾਰੀ ਸਿਰ ਜਿਹੜਾ ਹੈਗਾ ਜੰਤਰ ਮੰਤਰ ਤੇ ਜਾ ਕੇ ਆਪਣਾ ਪ੍ਰੋਟੈਸਟ ਕਰ ਰਹੇ ਆ, ਉੱਥੇ ਬੈਠੇ ਆ। ਬਹੁਤ ਜਦੋਂ ਦਾ ਸੰਘਰਸ਼ ਚੱਲਿਆ ਉਦੋਂ ਦੀ ਕਾਂਗਰਸ ਪਾਰਟੀ ਉੱਥੇ ਬੈਠੀ ਆ। ਲੇਕਿਨ ਅਕਾਲੀ ਦਲ ਬਾਰੇ ਹੁਣ ਮੈਂ ਕੀ ਕਹਿ ਸਕਦਾ? ਕਾਹਦੀ ਰੈਲੀ ਕਰ ਰਹੇ ਨੇ ਜੀ ਉਹ? ਕਿਸ ਵਾਸਤੇ ਰੈਲੀ ਕਰ ਰਹੇ ਨੇ? ਇਹ ਕਾਨੂੰਨ ਬਣਾਉਣ ਦੇ ਵਿੱਚ ਸਿਗਨੇਚਰ ਜਦੋਂ ਕੈਬਨਿਟ ਦੇ ਵਿੱਚ ਇਹ ਪਾਸ ਹੋਇਆ, ਉਦੋਂ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਉੱਥੇ ਮੌਜੂਦ ਸੀ, ਹਾਮੀ ਭਰ ਕੇ ਕੈਬਨਿਟ ਦੇ ਵਿੱਚ, ਠੀਕ ਹੈ ਜੀ। ਤੇ ਅੱਜ ਮੁੜ ਕੇ ਜਦੋਂ ਇਹ ਕਾਨੂੰਨ ਪਾਸ ਹੋ ਗਏ, ਕੇਂਦਰ ਦੀ ਮੋਦੀ ਸਰਕਾਰ ਨੇ ਇਹ ਲਾਗੂ ਕਰ ਦਿੱਤੇ, ਤੇ ਐਵੇਂ ਚੀਚੀ ਨੂੰ ਖੂਨ ਲਾ ਕੇ ਕਹਿੰਦੀ ਮੈਨੇ ਅਸਤੀਫਾ ਦਿੱਤਾ, ਹੁਣ ਡਰਾਮੇਬਾਜ਼ੀਆਂ ਕਰਦੇ ਫਿਰਦੇ ਆ। ਇਟ ਇਜ਼ ਵੈਰੀ ਸ਼ੇਮਫੁਲ, ਵੈਰੀ ਸ਼ੇਮਫੁਲ। ਜਿਵੇਂ ਅੱਜ ਗੱਲ ਕਰਦੇ ਅੱਜ ਬੜੀ ਸਾਰੀ ਮੀਟਿੰਗ ਹੋਈ ਸੀ, ਲਾਸਟ ਮੀਟਿੰਗ, ਇਸ ਮੀਟਿੰਗ 'ਚ ਕਿਹਾ ਵੀ ਜਾ ਰਿਹਾ ਸੀਗਾ ਵੀ ਜਿਵੇਂ ਇਹ ਕਿਸਾਨ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਵੀ ਅੱਜ ਮੋਦੀ ਮੰਨ ਜੂਗਾ, ਲੇਕਿਨ ਅੱਜ ਵੀ ਉਹ ਸਾਫ਼ ਹੀ ਸਵੇਰੇ ਹੀ ਮਨਾ ਕਰ ਗਏ ਸੀ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਅਹੰਕਾਰੀ ਰਾਜਾ, ਅਹੰਕਾਰੀ ਸਰਕਾਰ ਹੈ ਇਹ, ਅਹੰਕਾਰ ਉਹਨਾਂ ਦੇ ਸਿਰ ਨੂੰ ਚੜ੍ਹਿਆ ਹੋਇਆ। ਲੇਕਿਨ ਸਾਨੂੰ ਆਪਣੇ ਰੱਬ ਤੇ ਭਰੋਸਾ, ਸਾਨੂੰ ਹਿੰਦੁਸਤਾਨ ਦੇ ਬੱਚੇ ਤੇ ਭਰੋਸਾ, ਜੋ ਹਿੰਦੁਸਤਾਨ ਦੇ ਖੂਨ ਦੇ ਵਿੱਚ ਆਜ਼ਾਦੀ ਦੀ ਲੌ ਵਗ ਰਹੀ ਆ, ਉਹਦੇ ਤੇ ਸਾਨੂੰ ਯਕੀਨ ਹੈ। ਇਹ ਸੰਘਰਸ਼ ਇਸੇ ਤਰੀਕੇ ਜਾਰੀ ਰਹੇਗਾ, ਸੰਘਰਸ਼ ਦਾ ਰੂਪ ਬਦਲਦਾ ਰਹੇਗਾ, ਲੇਕਿਨ ਸੰਘਰਸ਼ ਜਾਰੀ ਰਹੇਗਾ। ਅਸੀਂ ਇਹ ਕਾਨੂੰਨ ਜਿਤਨਾ ਲੰਬਾ ਸਮਾਂ ਲੱਗ ਜਾਵੇ, ਇਹ ਕਾਲੇ ਕਾਨੂੰਨ ਜੋ ਕਿਸਾਨਾਂ ਦੇ ਖਿਲਾਫ ਆਏ ਨੇ, ਇਹਨੂੰ ਹਿੰਦੁਸਤਾਨ ਦਾ ਬੱਚਾ ਕਾਂਗਰਸ ਪਾਰਟੀ ਪੂਰਾ ਨਾਲ ਖੜ ਕੇ ਇਹਨਾਂ ਨੂੰ ਅਸੀਂ ਰਿਪੀਲ ਕਰਾਵਾਂਗੇ, ਇਹਨਾਂ ਨੂੰ ਵਿਡਰਾਅ ਕਰਵਾਵਾਂਗੇ, ਖਾਰਜ ਕਰਵਾਵਾਂਗੇ। ਅੱਛਾ ਜੀ, ਆਪਣੇ ਜਿਹੜੀ ਮੀਟਿੰਗ ਹੋਈ, ਕੇਂਦਰ ਸਰਕਾਰ ਨੇ ਕਿਹਾ ਵੀ ਕਿਸਾਨਾਂ ਨੂੰ ਸੁਪਰੀਮ ਕੋਰਟ ਦਾ ਦੇਣ ਦਾ ਸੁਝਾਅ ਦਿੱਤਾ, ਇਸ ਨੂੰ ਕੀ ਸਮਝਦੇ ਸੀ? ਜਿਹੜੀ ਮੀਟਿੰਗ ਚ ਸਰਕਾਰ ਨੇ ਅੱਜ ਕਿਹਾ ਕਿ ਸੁਪਰੀਮ ਕੋਰਟ ਜਾ ਸਕਦੇ ਆ, ਸੁਝਾਅ ਦਿੱਤਾ ਹੈ, ਇਸ ਨੂੰ ਕੀ ਸਮਝਦੇ?
ਕਿਸਾਨਾਂ ਨੂੰ ਕਿਹਾ ਨਹੀਂ, ਸਾਨੂੰ ਉਹਨਾਂ ਦੇ ਸੁਝਾਵਾਂ ਦੀ ਜ਼ਰੂਰਤ ਨਹੀਂ ਹੈ। ਜੋ ਸਾਡੇ ਕਿਸਾਨ ਜਥੇਬੰਦੀਆਂ, ਕਿਸਾਨ ਲੀਡਰਸ ਜੋ ਕਮਾਂਡ ਕਰ ਰਹੇ ਆ ਇਸ ਪੂਰੇ ਐਜੀਟੇਸ਼ਨ ਨੂੰ, ਜਿਨ੍ਹਾਂ ਦੀ ਅਗਵਾਈ ਹੇਠ ਇਹ ਐਜੀਟੇਸ਼ਨ ਚੱਲ ਰਿਹਾ, ਉਹ ਬਹੁਤ ਸਿਆਣੇ ਨੇ, ਉਹਨਾਂ ਦੇ ਆਪਣੇ ਤਜਰਬੇ ਆ। ਸਾਨੂੰ ਉਹਨਾਂ ਤੇ ਵਿਸ਼ਵਾਸ ਹੈ। ਸਾਨੂੰ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦਾ ਜਾਂ ਉਹਨਾਂ ਦੇ ਵਜ਼ੀਰਾਂ ਦੀ ਸਾਨੂੰ ਸਲਾਹਾਂ ਦੀ ਲੋੜ ਨਹੀਂ। ਸਾਨੂੰ ਤਾਂ ਇਹ ਜ਼ਰੂਰਤ ਹੈ ਜੋ ਹਿੰਦੁਸਤਾਨ ਦਾ ਬੱਚਾ ਪੰਜਾਬ ਦਾ ਬੱਚਾ ਜੋ ਮੰਗ ਕਰ ਰਿਹਾ ਵੀ ਤੁਸੀਂ ਜਿਹੜੇ ਕਿਸਾਨੀ ਦੇ ਖਿਲਾਫ ਤੇ ਕਿਸਾਨਾਂ ਦੇ ਖਿਲਾਫ ਕਾਲੇ ਕਾਨੂੰਨ ਲੈ ਕੇ ਆਏ ਆ, ਤੁਸੀਂ ਉਹਨਾਂ ਨੂੰ ਰਿਪੀਲ ਕਰਨ ਦੀ ਗੱਲ ਕਰੋ, ਇੱਧਰ ਉੱਧਰ ਦੀਆਂ ਗੱਲਾਂ ਨਾ ਕਰੋ। ਯੂਥ ਨੂੰ ਕਿਆ ਸੁਨੇਹਾ ਦੇਣਾ ਬਾਸ ਨਹੀਂ ਲੈਂਦੇ, ਹੁਣ ਕਾਂਗਰਸ ਦਾ ਰੁਖ ਕਿਆ ਰਹੇਗਾ? ਕਾਂਗਰਸ ਨੇ ਆਲਰੇਡੀ ਡਿਸਾਈਡ ਕਰ ਲਿਆ। ਰਾਹੁਲ ਜੀ ਜਦੋਂ ਪਟਿਆਲਾ ਦੇ ਵਿੱਚ ਵੀ ਆਏ, ਪੰਜਾਬ ਦੇ ਵਿੱਚ ਵੀ ਆਏ, ਵੱਖ-ਵੱਖ ਜਗ੍ਹਾਵਾਂ ਦੇ ਵਿੱਚ ਗਏ, ਕਿਸਾਨਾਂ ਦੀ ਉਹਨਾਂ ਨੇ ਗੱਲ ਸੁਣੀ ਔਰ ਇਹ ਗੱਲ ਉਹਨਾਂ ਦੀ ਸੁਣਨ ਤੋਂ ਬਾਅਦ, ਸਾਰੀ ਗੱਲਬਾਤ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਆਲਰੇਡੀ, ਕਾਂਗਰਸ ਪਾਰਟੀ ਨੇ, ਰਾਹੁਲ ਗਾਂਧੀ ਜੀ ਨੇ, ਕੈਪਟਨ ਅਮਰਿੰਦਰ ਸਿੰਘ ਜੀ ਨੇ ਤਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਪਾੜ ਕੇ ਗਿਰ ਦਿੱਤਾ, ਖਾਰਿਜ ਕਰ ਦਿੱਤਾ। ਉਹਨਾਂ ਦੇ ਖਿਲਾਫ ਕਾਨੂੰਨ ਲਿਆਏ, ਮਤਾ ਲੈ ਕੇ ਆਏ ਔਰ ਕਾਂਗਰਸ ਨੇ, ਰਾਹੁਲ ਗਾਂਧੀ ਜੀ ਨੇ ਆਲਰੇਡੀ ਕਹਿ ਦਿੱਤਾ ਹੈ ਵੀ ਕੇਂਦਰ ਦੇ ਵਿੱਚ ਅਗਰ ਕਾਂਗਰਸ ਦੀ ਜਿਸ ਦਿਨ ਸਰਕਾਰ ਬਣਦੀ ਹੈ ਉਸੇ ਦਿਨ ਅਸੀਂ ਜਿਹੜੇ ਇਹ ਕਾਲੇ ਕਾਨੂੰਨ ਨੇ ਪਾੜ ਕੇ ਬਾਹਰ ਦਰਵਾਜ਼ੇ ਤੋਂ ਡਸਟਬਿਨ ਦੇ ਵਿੱਚ ਗੇਰ ਦੇਵਾਂਗੇ। ਪ੍ਰਧਾਨ ਜੀ, ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਪਰਿਵਾਰ ਨੂੰ ਨੌਕਰੀ ਦਿੱਤੀ ਗਈ ਹੈ, ਹੁਣ ਜੋ ਸ਼ਹੀਦ ਹੋਏ ਸੀ ਉੱਥੇ ਚਾਈਨਾ ਦੇ ਬਾਰਡਰ ਤੇ, ਇਵੇਂ ਇਹ ਵੀ ਸ਼ਹੀਦ ਨੇ ਕਿ ਪੰਜਾਬ ਸਰਕਾਰ ਇਹਨਾਂ ਦੀ ਕੋਈ ਮਦਦ ਕਰੇਗੀ? ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਬਿਲਕੁਲ ਕਿਸਾਨਾਂ ਦੇ ਨਾਲ ਹੈ ਔਰ ਬਿਨਾਂ ਕਿਸੇ ਦੇ ਕਹੇ, ਕਿਉਂਕਿ ਸੀਐਮ ਸਾਹਿਬ ਆਪ ਕਿਸਾਨ ਨੇ, ਕਿਸਾਨੀ ਕਰਦੇ ਰਹੇ ਆ ਔਰ ਕਿਸਾਨਾਂ ਦੇ ਨਾਲ ਉਹਨਾਂ ਦੀ ਬੜੀ ਹਮਦਰਦੀ ਹੈ ਔਰ ਕਾਂਗਰਸ ਪਾਰਟੀ ਪੂਰਾ ਪਹਿਰਾ ਦੇ ਰਹੀ ਹੈ। ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਪੂਰਾ ਪਹਿਰਾ ਦੇ ਰਹੀ ਹੈ। ਜੋ ਬਣਦਾ ਮੁਆਵਜ਼ਾ, ਜੋ ਬਣਦੀ ਸਪੋਰਟ ਸਰਕਾਰ ਜੋ ਕਰ ਰਹੀ ਹੈ, ਉਸ ਤੋਂ ਵੀ ਵੱਧ ਕੇ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਰਦੇ ਰਹਾਂਗੇ। ਜਿਵੇਂ ਕਿ ਅੱਜ 8ਵੇਂ ਦੌਰ ਦੀ ਮੀਟਿੰਗ ਚੱਲ ਰਹੀ ਹੈ, ਜੇ ਇਹ ਵੀ ਬੇਸਿੱਟਾ ਨਿਕਲਦੀ ਹੈ ਤਾਂ ਅੱਗੇ ਕਾਂਗਰਸ ਦੀ ਕੀ ਰਣਨੀਤੀ ਹੋਏਗੀ? ਕਾਂਗਰਸ ਦੀ ਰਣਨੀਤੀ ਕਿਸਾਨਾਂ ਦੇ ਨਾਲ ਹੈ। ਜੋ ਕਿਸਾਨ ਫੈਸਲਾ ਕਰਨਗੇ, ਲੀਡਰਸ਼ਿਪ ਫੈਸਲਾ ਕਰੇਗੀ, ਅਸੀਂ ਉਹਨਾਂ ਦੇ ਨਾਲ ਡਟ ਕੇ ਪਹਿਰਾ ਦੇਵਾਂਗੇ।